ਮੇਰਾ ਨਾਮ ਸਿਮਰਨ ਹੈ। ਮੇਰੇ ਵਿਆਹ ਹੋਏ ਨੂੰ ਕੁਝ ਹੀ ਦਿਨ ਹੋਏ ਸੀ। ਮੇਰਾ ਪਤੀ ਮੇਰੇ ਨਾਲ ਕੁਝ ਅਜੀਬ ਜਿਹਾ ਵਿਵਹਾਰ ਕਰਦਾ ਸੀ। ਵਿਆਹ ਵਾਲੀ ਰਾਤ ਮੈਨੂੰ ਆਪਣੇ ਕਮਰੇ ਵਿੱਚ ਬੈਠੀ ਨੂੰ 3 ਘੰਟੇ ਹੋ ਗਏ ਸੀ। ਅਚਾਨਕ ਮੈਂ ਘੜੀ ਵੱਲ ਦੇਖਿਆ ਤਾਂ ਰਾਤ ਦੇ 3 ਵੱਜ ਗਏ। ਮੈਂ ਬੜੀ ਹੈਰਾਨ ਹੋਈ। ਅੱਜ ਤਾਂ ਮੇਰੀ ਪਹਿਲੀ ਰਾਤ ਸੀ। ਮੈਂ ਸੋਚਦੀ ਸੀ ਕਿ ਪਹਿਲੀ ਰਾਤ ਨੂੰ ਹੀ ਮੁੰਡਾ ਕੁੜੀ ਆਪਣੀ ਸਾਰੀ ਜ਼ਿੰਦਗੀ ਇੱਕ ਦੂਜੇ ਨਾਲ ਬਿਤਾਉਣ ਦੀਆਂ ਸੌਹਾਂ ਖਾਂਦੇ ਆ ਅਤੇ ਵਾਅਦੇ ਕਰਦੇ ਆ। ਮੈਂ ਆਪਣੇ ਪਤੀ ਨੂੰ ਹਾਲੇ ਨੇੜੇ ਹੋ ਕੇ ਵੀ ਨਹੀਂ ਦੇਖਿਆ ਸੀ। ਸਾਡੇ ਖਾਨਦਾਨ ਦੇ ਵਿੱਚ ਇਹ ਰਸਮਾਂ ਕੀਤੀਆਂ ਜਾਂਦੀਆਂ ਕਿ ਕੁੜੀ ਮੁੰਡਾ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਜਾਣ ਪਛਾਣ ਨਹੀਂ ਸਕਦੇ ਅਤੇ ਨਾ ਹੀ ਕੋਲ ਬੈਠ ਕੇ ਗੱਲਾਂ ਕਰ ਸਕਦੇ ਆ। ਮੇਰੀ ਛੋਟੀ ਭੈਣ ਮੇਰੇ ਪਤੀ ਦੀਆਂ ਬਹੁਤ ਤਾਰੀਫਾਂ ਕਰਦੀ ਸੀ। ਉਹ ਕਹਿੰਦੀ ਸੀ ਜੀਜਾ ਜੀ ਬਹੁਤ ਚੰਗੇ ਆ। ਮੈਂ ਆਪਣੇ ਮਨ ਹੀ ਮਨ ਵਿੱਚ ਸੁਪਨੇ ਜੇ ਦੇਖਣ ਲੱਗ ਪਈ। ਵਿਆਹ ਵਾਲੀ ਰਾਤ ਜਦੋਂ ਮੈਨੂੰ ਮੇਰੇ ਕਮਰੇ ਵਿੱਚ ਬਿਠਾਇਆ ਗਿਆ ਤਾਂ ਮੈਂ ਬੜੀ ਡਰੀ ਸਹਿਮੀ ਹੋਈ ਸੀ। ਮੈਂ ਆਪਣੇ ਪਤੀ ਦਾ 4 ਘੰਟੇ ਇੰਤਜ਼ਾਰ ਕਰਦੀ ਰਹੀ। ਮੇਰੇ ਸੁਪਨੇ ਅਤੇ ਖੁਆਇਸ਼ਾਂ ਟੁੱਟ ਗਈਆਂ ਸੀ। ਮੈਂ ਇੱਕ ਵਾਰ ਤਾਂ ਸੋਚਿਆ ਕਿ ਬਾਹਰ ਜਾ ਕੇ ਦੇਖਾਂ ਉਹ ਕਿੱਥੇ ਆ, ਪਰ ਇੰਨੀ ਰਾਤ ਨੂੰ ਮੈਂ ਬਾਹਰ ਨਹੀਂ ਜਾ ਸਕਦੀ ਸੀ। ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦੀ ਸੀ। ਇਸ ਲਈ ਮੈਂ ਬੈੱਡ ਨੂੰ ਢੋ ਲਾ ਕੇ ਪੈ ਗਈ। ਅਚਾਨਕ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ। ਮੈਂ ਡਰ ਕੇ ਉੱਠੀ ਤੇ ਦੇਖਿਆ ਕਿ ਕਮਰੇ ਵਿੱਚ ਤਾਂ ਹਨੇਰਾ ਹੀ ਬਹੁਤ ਸੀ। ਮੈਂ ਡਰੀ ਹੋਈ ਨੇ ਕੁਝ ਪੁੱਛਿਆ। ਮੈਨੂੰ ਕੋਈ ਪੈਰਾਂ ਦੀ ਆਵਾਜ਼ ਨਹੀਂ ਆਈ। ਮੈਂ ਆਵਾਜ਼ ਮਾਰੀ ਕਿ ਤੁਸੀਂ ਹੋ? ਕਮਰੇ ਵਿੱਚ ਹਨੇਰਾ ਕਿਉਂ ਆ ਜਾਂ ਲਾਈਟ ਚਲੀ ਗਈ? ਮੈਂ ਇੱਕੋ ਹੀ ਸਾਹ ਵਿੱਚ ਕਿੰਨੇ ਹੀ ਸਵਾਲ ਪੁੱਛੇ। ਫਿਰ ਕਿਸੇ ਬੰਦੇ ਦੀ ਆਵਾਜ਼ ਵਿੱਚ ਖੰਗੂਰਾ ਮਾਰ ਕੇ ਬੋਲਿਆ ਕਿ ਮੈਂ ਹੀ ਆ ਤੇਰਾ ਪਤੀ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ। ਮੈਂ ਜਾਣਦੀ ਵੀ ਸੀ ਕਿ ਇਸ ਵੇਲੇ ਤਾਂ ਮੇਰਾ ਪਤੀ ਕਮਰੇ ਵਿੱਚ ਆ ਸਕਦਾ। ਮੈਨੂੰ ਏਦਾਂ ਲੱਗਦਾ ਸੀ ਜਿਵੇਂ ਆਪਣੇ ਪਤੀ ਨੂੰ ਦੇਖ ਕੇ ਮੇਰੀ ਥਕਾਵਟ ਦੂਰ ਹੋ ਗਈ ਹੋਵੇ। ਮੈਂ ਹੈਰਾਨ ਤਾਂ ਹੋਈ ਕਿ ਉਹਨੇ ਕਮਰੇ ਵਿੱਚ ਆਉਂਦੇ ਹੀ ਲਾਈਟ ਬੰਦ ਕਿਉਂ ਕਰ ਦਿੱਤੀ। ਜੇ ਲਾਈਟ ਬੰਦ ਹੁੰਦੀ ਤਾਂ ਮੋਮਬੱਤੀ ਜਾਂ ਬੈਟਰੀ ਕੋਈ ਕਮਰੇ ਵਿੱਚ ਲੈ ਕੇ ਆਉਣੀ ਸੀ। ਮੈਂ ਹਨੇਰੇ ਵਿੱਚ ਉਸ ਨੂੰ ਆਪਣੇ ਕੋਲ ਆਉਂਦੇ ਹੋਏ ਮਹਿਸੂਸ ਕੀਤਾ। ਫਿਰ ਉਹ ਮੇਰੇ ਕੋਲ ਆ ਕੇ ਬੈਠ ਗਿਆ ਤੇ ਕਹਿੰਦਾ ਕਿ ਮੈਨੂੰ ਮਾਫ ਕਰਿਓ। ਮੈਂ ਆਪਣੇ ਦੋਸਤਾਂ ਨਾਲ ਬਾਹਰ ਗੱਲਾਂ ਬਾਤਾਂ ਕਰਦਾ ਰਿਹਾ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਇੰਨਾ ਟਾਈਮ ਹੋ ਗਿਆ। ਉਹ ਮੈਨੂੰ ਕਹਿੰਦਾ ਕਿ ਮੇਰੇ ਦੋਸਤ ਮੈਨੂੰ ਆਣ ਹੀ ਨਹੀਂ ਦਿੰਦੇ ਸੀ ਤੇ ਬਸ ਮਜ਼ਾਕ ਹੀ ਕਰੀ ਜਾਂਦੇ ਸੀ। ਮੈਨੂੰ ਕਹਿੰਦਾ ਕਿ ਤੂੰ ਥੱਕ ਗਈ ਹੋਣੀ ਆ, ਸੌਂ ਜਾ ਹੁਣ, ਬਾਕੀ ਦੀਆਂ ਗੱਲਾਂ ਆਪਾਂ ਕੱਲ ਨੂੰ ਕਰਾਂਗੇ। ਮੈਨੂੰ ਉਸ ਦੀ ਆਵਾਜ਼ ਕੰਬਦੀ ਜਿਹੀ ਲੱਗੀ। ਉਹ ਬੋਲਦਾ ਵੀ ਰੁਕ-ਰੁਕ ਕੇ ਸੀ। ਉਸ ਨੂੰ ਤਾਂ ਇਹੋ ਜਿਹੀ ਕੋਈ ਬਿਮਾਰੀ ਵੀ ਨਹੀਂ ਸੀ ਜਿਹੜਾ ਉਹਨੇ ਏਦਾਂ ਬੋਲਣਾ ਸੀ। ਉਹ ਮੇਰੇ ਨਾਲ ਏਦਾਂ ਗੱਲਾਂ ਕਰਦਾ ਸੀ ਜਿੱਦਾਂ ਉਹਨੂੰ ਸ਼ਰਮ ਆਉਂਦੀ ਹੋਵੇ। ਮੈਂ ਸੋਚਦੀ ਸੀ ਕਿ ਇਹ ਮੁੰਡਾ ਹੋ ਕੇ ਵੀ ਮੇਰੇ ਤੋਂ ਸ਼ਰਮਾਉਂਦਾ ਤੇ ਮੈਨੂੰ ਬੜੀ ਹੈਰਾਨੀ ਜਿਹੀ ਹੋਈ। ਮੈਨੂੰ ਆਪਣੀ ਛੋਟੀ ਭੈਣ ਦੀ ਗੱਲ ਯਾਦ ਆ ਗਈ ਕਿ ਉਹ ਮੈਨੂੰ ਕਹਿੰਦੀ ਸੀ ਕਿ ਦੀਦੀ ਜੀਜਾ ਗੱਲਾਂ ਕਰਦੇ ਸਾਡੇ ਤੋਂ ਸ਼ਰਮਾ ਰਹੇ ਸੀ। ਮੈਂ ਉਹਨੂੰ ਕਿਹਾ ਕਿ ਤੁਸੀਂ ਕਮਰੇ ਵਿੱਚ ਹਨੇਰਾ ਕਿਉਂ ਕੀਤਾ? ਤੁਸੀਂ ਮੈਨੂੰ ਦੇਖਣਾ ਨਹੀਂ ਚਾਹੁੰਦੇ? ਇਹ ਗੱਲ ਤਾਂ ਸੱਚ ਆ ਕਿ ਇੱਕ ਕੁੜੀ ਆਪਣੇ ਪਤੀ ਕਰਕੇ ਹੀ ਹਾਰ ਸ਼ਿੰਗਾਰ ਕਰਦੀ ਆ ਤਾਂ ਕਿ ਉਸ ਦਾ ਪਤੀ ਉਸ ਨੂੰ ਦੇਖੇ ਤੇ ਉਸ ਦੀ ਤਾਰੀਫ ਕਰੇ। ਉਹ ਕਿੰਨਾ ਚਿਰ ਚੁੱਪ ਕਰਕੇ ਬੈਠਾ ਰਿਹਾ ਤੇ ਕੁਝ ਦੇਰ ਬਾਅਦ ਬੋਲਿਆ ਤੇ ਕਹਿੰਦਾ ਮੈਂ ਤੈਨੂੰ ਰੱਜ ਕੇ ਦੇਖ ਲਿਆ ਸੀ ਜਦੋਂ ਤੈਨੂੰ ਮੇਰੇ ਕੋਲ ਬਿਠਾ ਕੇ ਦਿੱਤਾ ਗਿਆ ਸੀ। ਉਹ ਮੈਨੂੰ ਕਹਿੰਦਾ ਤੁਸੀਂ ਬਹੁਤ ਸੋਹਣੇ ਹੋ, ਪਰ ਸਾਡੇ ਇੱਕ ਰਸਮ ਕੀਤੀ ਜਾਂਦੀ ਆ ਕਿ ਮੁੰਡਾ ਕੁੜੀ ਦਾ 1 ਮਹੀਨੇ ਤੱਕ ਮੂੰਹ ਨਹੀਂ ਦੇਖਦਾ ਤਾਂ ਕਿ ਉਹਨਾਂ ਦੀ ਜੋੜੀ ਨੂੰ ਨਜ਼ਰ ਨਾ ਲੱਗ ਜਾਵੇ। ਮੇਰੀ ਮੰਮੀ ਨੇ ਕਿਹਾ ਕਿ ਕੁਝ ਦਿਨ ਹਨੇਰਾ ਕਰਕੇ ਹੀ ਤੂੰ ਆਪਣੀ ਪਤਨੀ ਦੇ ਕੋਲ ਜਾਣਾ। ਮੈਨੂੰ ਉਹਦੀ ਗੱਲ ਬੜੀ ਅਜੀਬ ਜਿਹੀ ਲੱਗੀ, ਪਰ ਮੈਂ ਉਸ ਦੀ ਗੱਲ ਦਾ ਸੱਚ ਮੰਨ ਲਿਆ। ਮੈਂ ਉਹਦੇ ਨਾਲ ਕੋਈ ਬਹਿਸ ਨਹੀਂ ਕਰਨਾ ਚਾਹੁੰਦੀ ਸੀ। ਮੈਂ ਸੌਣ ਲਈ ਲੰਮੇ ਪੈਣ ਲੱਗੀ ਤੇ ਅਚਾਨਕ ਮੇਰਾ ਧਿਆਨ ਪਿਆ ਕਿ ਉਹ ਤਾਂ ਮੇਰੇ ਨਾਲੋਂ ਪਹਿਲਾਂ ਹੀ ਲੰਮਾ ਪਿਆ ਸੀ। ਮੈਂ ਉਹਨੂੰ ਪਹਿਲੇ ਦਿਨ ਹੀ ਆਪਣਾ ਸਭ ਕੁਝ ਮੰਨ ਲਿਆ ਸੀ ਜਿਸ ਦਿਨ ਉਹ ਮੇਰੇ ਘਰ ਬਰਾਤ ਲੈ ਕੇ ਆਇਆ ਸੀ। ਏਦਾਂ ਹੀ ਰਾਤ ਬੀਤ ਗਈ। ਮੈਂ ਸੋਚਿਆ ਕਿ ਸਵੇਰ ਨੂੰ ਮੈਂ ਆਪਣੇ ਪਤੀ ਨੂੰ ਦੇਖਾਂਗੀ। ਜਦੋਂ ਸਵੇਰ ਨੂੰ ਮੇਰੀ ਅੱਖ ਖੁੱਲੀ ਤਾਂ ਮੈਂ ਪਾਸਾ ਪਲਟ ਕੇ ਦੇਖਿਆ ਮੇਰਾ ਪਤੀ ਬੈੱਡ ਤੇ ਹੈ ਹੀ ਨਹੀਂ ਸੀ। ਬਾਥਰੂਮ ਦਾ ਦਰਵਾਜ਼ਾ ਵੀ ਖੁੱਲਾ ਪਿਆ ਸੀ। ਮੈਂ ਫਟਾਫਟ ਉੱਠੀ ਤੇ ਕਮਰੇ ਵਿੱਚੋਂ ਬਾਹਰ ਚਲੀ ਗਈ। ਮੈਂ ਬਾਹਰ ਆ ਕੇ ਦੇਖਿਆ ਤਾਂ ਮੇਰੀ ਸੱਸ ਕੁਝ ਪਰੇਸ਼ਾਨ ਜਿਹੀ ਲੱਗ ਰਹੀ ਸੀ। ਉਹ ਮੈਨੂੰ ਦੇਖ ਕੇ ਹਲਕਾ ਜਿਹਾ ਮੁਸਕਰਾਈ। ਉਹਨੇ ਮੈਨੂੰ ਇਸ਼ਾਰਾ ਕਰਕੇ ਆਪਣੇ ਕੋਲ ਆਉਣ ਲਈ ਕਿਹਾ। ਮੈਂ ਉਹਦੇ ਕੋਲ ਗਈ
ਤੇ ਨਾਲ ਹੀ ਮੈਂ ਆਲਾ ਦੁਆਲਾ ਦੇਖਣ ਲੱਗੀ ਕਿ ਮੇਰਾ ਪਤੀ ਕਿੱਥੇ ਚਲਾ ਗਿਆ। ਮੈਂ ਆਪਣੀ ਸੱਸ ਦੇ ਕੋਲ ਬੈਠੀ ਹੋਈ ਸੀ। ਉਹਨੇ ਮੇਰੇ ਤੇ ਫੂਕ ਜਿਹੀ ਮਾਰੀ। ਉਹ ਕੁਝ ਪੜ ਰਹੀ ਸੀ ਤੇ ਮੈਂ ਸੋਚਿਆ ਕਿ ਉਹ ਮੇਰੇ ਲਈ ਹੀ ਕੁਝ ਪੜਦੀ ਸੀ, ਤਾਂ ਹੀ ਉਹਨੇ ਮੇਰੇ ਉੱਤੇ ਫੂਕ ਮਾਰ ਦਿੱਤੀ। ਮੈਨੂੰ ਆਪਣੇ ਪਤੀ ਦੀ ਗੱਲ ਯਾਦ ਆ ਗਈ। ਸ਼ਾਇਦ ਇਹ ਮੇਰੇ ਤੇ ਮੇਰੇ ਪਤੀ ਲਈ ਹੀ ਪੜਦੀ ਹੋਵੇਗੀ। ਮੈਂ ਆਪਣੀ ਸੱਸ ਨੂੰ ਪੁੱਛਿਆ ਕਿ ਜਸਪ੍ਰੀਤ ਕਿੱਥੇ ਚਲਾ ਗਿਆ। ਉਹ ਮੈਨੂੰ ਘਰ ਵਿੱਚ ਕਿਤੇ ਨਹੀਂ ਦਿਖ ਰਹੇ ਸੀ। ਮੇਰੀ ਸੱਸ ਮੈਨੂੰ ਕਹਿੰਦੀ ਕਿ ਉਹ ਤਾਂ ਕੰਮ ਤੇ ਚਲਾ ਗਿਆ। ਮੈਂ ਘੜੀ ਵੱਲ ਦੇਖਿਆ ਤਾਂ ਹਾਲੇ 7 ਵਜੇ ਸੀ। ਮੇਰਾ ਪਤੀ ਕਿਸੇ ਵੱਡੇ ਅਫਸਰ ਦੇ ਨਾਲ ਕੰਮ ਕਰਦਾ ਸੀ ਤੇ ਉਹਦਾ ਦਫ਼ਤਰ ਜਾਣ ਦਾ ਟਾਈਮ 9 ਵਜੇ ਦਾ ਹੁੰਦਾ ਸੀ ਤੇ ਅੱਜ ਉਹ 7 ਵਜੇ ਹੀ ਚਲਾ ਗਿਆ। ਮੈਨੂੰ ਏਦਾਂ ਲੱਗਦਾ ਸੀ ਜਿੱਦਾਂ ਮੇਰੀ ਸੱਸ ਮੇਰੀਆਂ ਅੱਖਾਂ ਪੜ ਰਹੀ ਹੋਵੇ। ਉਹ ਕਹਿੰਦੀ ਕਿ ਉਹਦੇ ਦਫ਼ਤਰ ਜਾਣ ਦਾ ਕੋਈ ਪੱਕਾ ਟਾਈਮ ਨਹੀਂ। ਜਦੋਂ ਹੀ ਦਫ਼ਤਰ ਫੋਨ ਕਰਦਾ ਤਾਂ ਉਦੋਂ ਹੀ ਉਹਨੂੰ ਜਾਣਾ ਪੈਂਦਾ। ਉਹਦੇ ਅੱਜ ਦੋਸਤ ਦਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਉਹਨੂੰ ਵੀ ਨਾਲ ਲੈ ਕੇ ਜਾਣਾ ਸੀ, ਤਾਂ ਕਰਕੇ ਟਾਈਮ ਨਾਲ ਚਲਾ ਗਿਆ। ਤੇ ਸ਼ਾਮ ਨੂੰ ਵੀ ਆਪਣੇ ਦੋਸਤ ਨਾਲ ਗੱਲਾਂ ਬਾਤਾਂ ਕਰਨ ਲੱਗ ਜਾਂਦਾ, ਤਾਂ ਕਰਕੇ ਰਾਤ ਨੂੰ ਵੀ ਘਰ ਲੇਟ ਆਉਂਦਾ। ਤੂੰ ਰੋਟੀ ਖਾ ਲੈ, ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣੀ ਸੱਸ ਨੂੰ ਪੁੱਛ ਲਵਾਂ ਕਿ ਜਸਪ੍ਰੀਤ ਦਾ ਵਿਆਹ ਉਹਦੀ ਮਰਜ਼ੀ ਤੋਂ ਬਿਨਾਂ ਕੀਤਾ। ਉਹ ਤਾਂ ਰਾਤ ਨੂੰ ਵੀ ਮੇਰੇ ਕੋਲ ਨਹੀਂ ਆਇਆ ਤੇ ਨਾ ਹੀ ਸਵੇਰੇ ਉਹਨੇ ਮੈਨੂੰ ਚੱਜ ਨਾਲ ਬੁਲਾਇਆ। ਏਦਾਂ ਕਿੱਦਾਂ ਕੰਮ ਤੇ ਚਲਾ ਗਿਆ ਮੈਨੂੰ ਬਿਨਾਂ ਦੱਸੇ? ਭਲਾ ਕੋਈ ਆਪਣੇ ਵਿਆਹ ਤੋਂ ਦੂਜੇ ਦਿਨ ਵੀ ਕੰਮ ਤੇ ਜਾਂਦਾ? ਮੈਂ ਚੁੱਪ ਕਰਕੇ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਈ। ਦੂਜੇ ਕਮਰੇ ਵਿੱਚ ਕੋਈ ਮੁੰਡਾ ਨਿਕਲਿਆ ਤੇ ਮੈਂ ਫਟਾਫਟ ਆਪਣੇ ਸਿਰ ਤੇ ਚੁੰਨੀ ਲੈ ਲਈ। ਮੇਰੀ ਸੱਸ ਮੈਨੂੰ ਕਹਿੰਦੀ ਕਿ ਇਹ ਤੇਰਾ ਦਿਓਰ ਆ। ਮੈਂ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਉਹ ਮੈਨੂੰ ਆਪਣੀ ਅੱਖਾਂ ਨਾਲ ਹੀ ਜਵਾਬ ਦੇ ਗਿਆ। ਮੇਰਾ ਸਾਰਾ ਦਿਨ ਵੀ ਬੈਠੀ ਦਾ ਬੀਤ ਗਿਆ, ਪਰ ਮੈਨੂੰ ਮੇਰੀ ਸੱਸ ਕੁਝ ਪਰੇਸ਼ਾਨ ਜਿਹੀ ਲੱਗਦੀ ਸੀ। ਵਿਆਹ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਕਿ ਮੇਰੀ ਸੱਸ ਦੀ ਤੇ ਮੇਰੀ ਬਹੁਤ ਬਣੇਗੀ, ਪਰ ਉਹ ਤਾਂ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਦੀ ਸੀ। ਮੈਂ ਜਦੋਂ ਉਸ ਨੂੰ ਬੁਲਾਉਂਦੀ ਤਾਂ ਉਹ ਆਪਣੇ ਖਿਆਲਾਂ ਵਿੱਚੋਂ ਨਿਕਲ ਕੇ ਫਿਰ ਮੇਰੇ ਨਾਲ ਗੱਲ ਕਰਦੀ। ਸਾਡੇ ਘਰ ਵਿੱਚ ਮੇਰਾ ਪਤੀ, ਦਿਓਰ ਤੇ ਸੱਸ ਤੇ ਨਨਾਣ ਰਹਿੰਦੇ ਸੀ। ਅੱਜ ਫਿਰ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ ਤੇ ਕਾਫੀ ਜ਼ਿਆਦਾ ਦੇਰ ਹੋ ਗਈ। ਮੈਂ ਬਾਰ-ਬਾਰ ਘੜੀ ਵੱਲ ਦੇਖ ਰਹੀ ਸੀ ਤੇ ਸੋਚ ਰਹੀ ਸੀ, ਪਤਾ ਨਹੀਂ ਉਹ ਕਿੱਥੇ ਰਹਿ ਗਏ। ਮੇਰੀ ਸੱਸ ਮੈਨੂੰ ਆਵਾਜ਼ਾਂ ਮਾਰ ਰਹੀ ਸੀ ਕਿ ਸਿਮਰਨ ਆ ਜਾ ਪੁੱਤ, ਰੋਟੀ ਖਾ ਲੈ। ਮੈਂ ਕਮਰੇ ਵਿੱਚੋਂ ਬਾਹਰ ਆ ਕੇ ਬਰਾਂਡੇ ਵਿੱਚ ਬੈਠ ਗਈ ਤੇ ਰੋਟੀ ਖਾਣ ਲੱਗੀ। ਮੇਰਾ ਦਿਓਰ ਵੀ ਕੋਲ ਹੀ ਬੈਠਾ ਸੀ, ਰੋਟੀ ਖਾਂਦਾ ਸੀ। ਮੈਨੂੰ ਲੱਗਿਆ ਜਿੱਦਾਂ ਉਹ ਚੋਰੀ-ਚੋਰੀ ਮੈਨੂੰ ਦੇਖਦਾ ਹੋਵੇ। ਮੈਂ ਉਹਦੇ ਵੱਲ ਦੇਖਿਆ ਤਾਂ ਉਹਨੇ ਆਪਣਾ ਧਿਆਨ ਭਟਕਾ ਲਿਆ ਤੇ ਰੋਟੀ ਵਿੱਚੋਂ ਛੱਡ ਕੇ ਘਰੋਂ ਬਾਹਰ ਚਲਿਆ ਗਿਆ। ਮੈਂ ਰੋਟੀ ਖਾ ਕੇ ਵਾਪਸ ਆਪਣੇ ਕਮਰੇ ਵਿੱਚ ਆ ਗਈ। ਮੇਰਾ ਦਿਮਾਗ ਵਿੱਚ ਬੜੇ ਖਿਆਲ ਆਉਂਦੇ। ਮੈਂ ਸੋਚ ਰਹੀ ਸੀ ਕਿ ਮੇਰੇ ਨਾਲ ਕੀ ਹੋ ਰਿਹਾ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗਿਆ ਜਿਵੇਂ ਮੈਂ ਆਪਣੇ ਪਤੀ ਨੂੰ ਪਸੰਦ ਨਹੀਂ ਤੇ ਉਹ ਕਿਸੇ ਹੋਰ ਕੁੜੀ ਨੂੰ ਪਿਆਰ ਕਰਦਾ ਹੋਊ। ਮੈਂ ਹਾਲੇ ਇਹ ਸਭ ਸੋਚ ਹੀ ਰਹੀ ਸੀ, ਮੇਰੇ ਕਮਰੇ ਦੀ ਲਾਈਟ ਬੰਦ ਹੋ ਗਈ। ਮੇਰਾ ਪਤੀ ਦੂਜੇ ਪਾਸੇ ਵੱਲ ਨੂੰ ਮੂੰਹ ਕਰਕੇ ਬੈਠਾ ਸੀ। ਮੈਂ ਅੱਜ ਉਹਦੇ ਨਾਲ ਸਾਰੀ ਗੱਲ ਕਲੀਅਰ ਕਰਨਾ ਚਾਹੁੰਦੀ ਸੀ। ਮੈਂ ਬਿਨਾਂ ਕੁਝ ਬੋਲੇ ਹੀ ਉਹਦੇ ਕੋਲ ਜਾ ਕੇ ਬੈਠ ਗਈ। ਮੈਂ ਆਪਣਾ ਮੋਢਾ ਉਹਦੇ ਮੋਢੇ ਨਾਲ ਜੋੜ ਕੇ ਬੈਠ ਗਈ ਤੇ ਉਹ ਉੱਠ ਕੇ ਫਟਾਫਟ ਮੇਰੇ ਤੋਂ ਦੂਰ ਹੋ ਕੇ ਬੈਠ ਗਿਆ। ਮੈਂ ਆਪਣੇ ਪਤੀ ਵੱਲ ਦੇਖਿਆ ਤੇ ਹੌਲੀ ਜਿਹੀ ਉਹਦੇ ਕੋਲ ਜਾ ਕੇ ਉਹਦਾ ਹੱਥ ਫੜ ਲਿਆ। ਉਹਨੇ ਮੇਰੇ ਤੋਂ ਫਟਾਫਟ ਆਪਣਾ ਹੱਥ ਛੁਡਵਾ ਲਿਆ। ਮੈਨੂੰ ਕਹਿੰਦਾ, ਤੂੰ ਜਿਹੜੀ ਵੀ ਗੱਲ ਕਰਨੀ ਆ ਜਲਦੀ ਕਰ, ਮੈਂ ਥੱਕਿਆ ਹੋਇਆ ਵਾਂ, ਮੈਨੂੰ ਨੀਂਦ ਆ ਰਹੀ ਆ। ਮੈਂ ਉਹਦੀ ਇਹ ਗੱਲ ਸੁਣ ਕੇ ਰੋਣ ਲੱਗ ਪਈ। ਮੈਂ ਕਿਹਾ ਕਿ ਮੈਂ ਤੈਨੂੰ ਪਸੰਦ ਨਹੀਂ ਜਾਂ ਤੁਸੀਂ ਕਿਸੇ ਹੋਰ ਕੁੜੀ ਨੂੰ ਪਸੰਦ ਕਰਦੇ ਹੋ। ਜੇ ਇਹੋ ਜਿਹੀ ਗੱਲ ਸੀ ਤਾਂ ਤੁਸੀਂ ਵਿਆਹ ਤੋਂ ਪਹਿਲਾਂ ਹੀ ਦੱਸ ਦਿੰਦੇ। ਉਹ ਮੈਨੂੰ ਕਹਿੰਦਾ, ਮੈਂ ਕਿਸੇ ਨੂੰ ਪਸੰਦ ਨਹੀਂ ਕਰਦਾ, ਮੇਰੀ ਇੱਕ ਮਜਬੂਰੀ ਆ। ਨਾ ਮੈਂ ਤੈਨੂੰ ਦੇਖ ਸਕਦਾ ਤੇ ਨਾ ਹੀ ਮੈਂ ਤੇਰੇ ਕੋਲ ਆ ਸਕਦਾ। ਮੈਨੂੰ ਉਹਦੀਆਂ ਗੱਲਾਂ ਤੇ ਗੁੱਸਾ ਆਉਣ ਲੱਗ ਗਿਆ ਕਿ ਇਹੋ ਜਿਹੀ ਕੀ ਮਜਬੂਰੀ ਆ ਇਸ ਦੀ। ਮੈਂ ਉਹਦੇ ਕੋਲ ਜਾਣ ਦੀ ਕੋਸ਼ਿਸ਼ ਕਰਦੀ ਤੇ ਉਹ ਮੇਰੇ ਤੋਂ ਦੂਰ ਭੱਜਦਾ। ਬਸ ਇਸੇ ਤਰ੍ਹਾਂ ਕਿੰਨੀਆਂ ਹੀ ਰਾਤਾਂ ਬੀਤ ਗਈਆਂ। ਮੈਨੂੰ ਪਤਾ ਨਹੀਂ ਕਿਉਂ ਏਦਾਂ ਲੱਗਦਾ ਸੀ ਕਿ ਚੋਰੀ-ਚੋਰੀ ਮੈਨੂੰ ਕੋਈ ਦੇਖਦਾ। ਜਦੋਂ ਮੈਂ ਦੇਖਦੀ ਤਾਂ ਮੈਨੂੰ ਕੋਈ ਨਹੀਂ ਦਿਖਦਾ। ਮੇਰਾ ਪਤੀ ਸਾਰਾ ਦਿਨ ਘਰੋਂ ਬਾਹਰ ਹੀ ਰਹਿੰਦਾ ਸੀ। ਇੱਕ ਦਿਨ ਮੈਂ ਸ਼ਾਮ ਨੂੰ ਚਾਹ ਬਣਾ ਕੇ ਆਪਣੀ ਸੱਸ ਨੂੰ ਦੇਣ ਚੱਲੀ ਸੀ ਤਾਂ ਉਹ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ। ਉਹ ਰੋ-ਰੋ ਕੇ ਕਿਸੇ ਦੇ ਤਰਲੇ ਕੱਢਦੀ ਸੀ। ਮੈਨੂੰ ਆਪਣੀ ਸੱਸ ਤੇ ਬੜਾ ਤਰਸ ਆਇਆ, ਪਰ ਜੋ ਸੱਚਾਈ ਮੈਨੂੰ ਪਤਾ ਲੱਗੀ ਉਹਦੇ ਨਾਲ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਹਫ਼ਤੇ ਕੁ ਬਾਅਦ ਮੇਰੀ ਸੱਸ ਦੀ ਵੱਡੀ ਭੈਣ ਸਾਡੇ ਘਰ ਮਿਲਣ ਆਈ।
ਉਹਨੇ ਮੈਨੂੰ ਬੜੇ ਹੀ ਪਿਆਰ ਨਾਲ ਬੁਲਾਇਆ। ਅਸੀਂ ਰੋਟੀ ਵੀ ਇਕੱਠੇ ਬੈਠ ਕੇ ਖਾਧੀ। ਅਚਾਨਕ ਮੈਂ ਆਪਣੀ ਸੱਸ ਤੇ ਦਿਓਰ ਨੂੰ ਕਾਲੀ-ਕਾਲੀ ਰੋਟੀ ਖਾਂਦੇ ਦੇਖਿਆ। ਮੇਰਾ ਦਿਓਰ ਆਪਣੀ ਰੋਟੀ ਚੁੱਕ ਕੇ ਕਮਰੇ 'ਚ ਚਲਾ ਗਿਆ। ਮੇਰੀ ਮਾਸੀ ਸੱਸ ਮੇਰੀ ਸੱਸ ਨੂੰ ਕਹਿੰਦੀ ਕਿ ਤੂੰ ਆਪਣੇ ਛੋਟੇ ਮੁੰਡੇ ਦਾ ਰਿਸ਼ਤਾ ਮੇਰੀ ਸਹੇਲੀ ਦੀ ਕੁੜੀ ਨਾਲ ਕੀਤਾ ਹੋਇਆ ਤੇ ਹੁਣ ਤੂੰ ਦੱਸ ਉਸ ਦਾ ਵਿਆਹ ਕਦੋਂ ਕਰਨਾ। ਮੇਰੀ ਸੱਸ ਨੇ ਗੱਲ ਨੂੰ ਟਾਲ ਮਟੋਲ ਕਰ ਦਿੱਤਾ। ਮੈਨੂੰ ਲੱਗਾ ਕਿ ਜਿੱਦਾਂ ਉਹ ਇਸ ਰਿਸ਼ਤੇ ਤੋਂ ਖੁਸ਼ ਨਹੀਂ। ਮੇਰੀ ਸੱਸ ਮੈਨੂੰ ਕਹਿੰਦੀ ਕਿ ਮੈਨੂੰ ਜਸਪ੍ਰੀਤ ਕਿਤੇ ਨਜ਼ਰ ਨਹੀਂ ਆਉਂਦਾ, ਮੈਂ ਕੱਲ ਦੀ ਆਈ ਹੋਈ ਹਾਂ, ਉਹ ਮੈਨੂੰ ਮਿਲਣ ਵੀ ਨਹੀਂ ਆਇਆ। ਮੈਂ ਕਿਹਾ ਮਾਸੀ ਜੀ ਉਹ ਸਵੇਰੇ ਹੀ ਕੰਮ ਤੇ ਚਲੇ ਜਾਂਦੇ ਆ। ਉਹ ਮੈਨੂੰ ਕਹਿੰਦੀ ਕਿ ਰਾਤ ਨੂੰ ਤਾਂ ਘਰ ਆਉਂਦਾ। ਮੈਂ ਕਿਹਾ ਰਾਤ ਨੂੰ ਵੀ ਹਨੇਰੇ ਹੋਏ ਹੀ ਘਰ ਆਉਂਦੇ ਆ। ਮਾਸੀ ਚੁੱਪ ਕਰ ਗਈ ਤੇ ਮੈਂ ਆਪਣੀ ਚਾਹ ਪੀਣ ਲੱਗੀ। ਅਚਾਨਕ ਮੈਨੂੰ ਆਪਣੀ ਸੱਸ ਦੀ ਛੋਟੀ ਭੈਣ ਦਾ ਖਿਆਲ ਆਇਆ ਤੇ ਮੈਂ ਮਾਸੀ ਨੂੰ ਪੁੱਛਿਆ ਕਿ ਤੁਹਾਡੀ ਛੋਟੀ ਭੈਣ ਤੁਹਾਡੇ ਨਾਲ ਕਿਉਂ ਨਾਰਾਜ਼ ਆ। ਮੈਂ ਮੰਮੀ ਨੂੰ ਫੋਨ ਉੱਤੇ ਰੋਜ਼ ਹੀ ਤੁਹਾਡੀ ਛੋਟੀ ਭੈਣ ਦੇ ਤਰਲੇ ਕੱਢਦੀ ਦੇਖਿਆ, ਪਰ ਉਹ ਭੋਰਾ ਵੀ ਤਰਸ ਨਹੀਂ ਕਰਦੀ। ਮਾਸੀ ਹੈਰਾਨ ਹੋ ਕੇ ਮੋਰੇ ਮੂੰਹ ਵੱਲ ਦੇਖਣ ਲੱਗੀ ਤੇ ਕਹਿੰਦੀ ਅਸੀਂ ਤਾਂ ਬਸ ਦੋ ਭੈਣਾਂ। ਮੈਂ ਉਹਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਈ। ਮੈਂ ਸੋਚਦੀ ਸੀ ਕਿ ਜੇ ਉਹਦੇ ਕੋਈ ਛੋਟੀ ਭੈਣ ਨਹੀਂ ਹੈਗੀ ਤਾਂ ਉਹ ਰੋ-ਰੋ ਕੇ ਕਿਹਦੇ ਤਰਲੇ ਕੱਢਦੀ ਆ। ਮਾਸੀ ਵੀ ਸੋਚਾਂ ਵਿੱਚ ਪੈ ਗਈ। ਮੈਂ ਮਾਸੀ ਨੂੰ ਕਿਹਾ ਕਿ ਮਾਸੀ ਤਾਂ ਮੰਮੀ ਮੈਨੂੰ ਨਹੀਂ ਦੱਸਦੀ, ਤੁਸੀਂ ਹੀ ਮੰਮੀ ਨੂੰ ਪੁੱਛ ਲਓ। ਮਾਸੀ ਨੇ ਜਦੋਂ ਮੰਮੀ ਤੋਂ ਪੁੱਛਿਆ ਤਾਂ ਮੰਮੀ ਕਹਿੰਦੀ ਕਿ ਮੇਰੇ ਹੱਥਾਂ ਵਿੱਚ ਦੋਨੇ ਮੁੰਡੇ ਹੱਥੋਂ ਨਿਕਲ ਚੁੱਕੇ ਆ, ਮੈਂ ਬਹੁਤ ਔਖੀ ਆ। ਮੈਂ ਮਾਸੀ ਨੂੰ ਕਿਹਾ ਕਿ ਮਾਸੀ ਮੇਰਾ ਪਤੀ ਵੀ ਮੇਰੇ ਨਾਲ ਇਸ ਤਰ੍ਹਾਂ ਕਰਦਾ, ਉਹ ਹਰ ਰੋਜ਼ ਰਾਤ ਨੂੰ ਹਨੇਰੇ ਹੋਏ ਘਰ ਆਉਂਦਾ। ਤਾਂ ਮੇਰੀ ਮੰਮੀ ਸੱਸ ਵਿੱਚੋਂ ਹੀ ਮੈਨੂੰ ਟੋਕ ਕੇ ਕਹਿੰਦੀ ਕਿ ਉਹਨੂੰ ਕੰਮ ਹੀ ਜ਼ਿਆਦਾ ਹੁੰਦਾ, ਜੇ ਉਹ ਸਾਰਾ ਦਿਨ ਇਸ ਤਰ੍ਹਾਂ ਘਰ ਰਹੂ ਤਾਂ ਆਪਣੇ ਘਰ ਦਾ ਖਰਚਾ ਕਿਵੇਂ ਚੱਲੂ। ਤੂੰ ਤੇ ਵਿਚਾਰਾ ਰਾਤ ਨੂੰ ਥੱਕ ਕੇ ਸੌ ਜਾਂਦਾ। ਮੈਂ ਆਪਣੀ ਇਹ ਗੱਲ ਸੁਣ ਕੇ ਚੁੱਪ ਹੋ ਗਈ ਤੇ ਸੋਚਿਆ ਕਿ ਹੁਣ ਪਤਾ ਲੱਗ ਕੇ ਹੀ ਰਹੂਗਾ ਕਿ ਉਹ ਇਸ ਤਰ੍ਹਾਂ ਕਿਉਂ ਕਰਦਾ। ਮੈਂ ਸੋਚਿਆ ਕਿ ਮੈਂ ਆਪਣੇ ਪੇਕੇ ਚਲੀ ਜਾਂਦੀ ਆ, ਦੇਖਦੀ ਆ ਮੈਨੂੰ ਉਹ ਲੈਣ ਆਉਂਦਾ ਜਾਂ ਨਹੀਂ, ਉਹਨੂੰ ਮੇਰੀ ਕੋਈ ਫਿਕਰ ਹੈਗੀ ਆ ਜਾਂ ਨਹੀਂ। ਮੈਂ ਆਪਣੀ ਸੱਸ ਨੂੰ ਪੁੱਛ ਕੇ ਆਪਣੇ ਪੇਕੇ ਚਲੀ ਗਈ। ਪੇਕੇ ਮੈਂ 2 ਦਿਨ ਰਹੀ ਤੇ ਮੈਨੂੰ ਕੋਈ ਫੋਨ ਕੋਈ ਖਤ ਕੁਝ ਨਾ ਆਇਆ। ਇੱਕ ਦਿਨ ਸਾਡੇ ਗੇਟ ਵਿੱਚ ਕੋਰੀਅਰ ਵਾਲਾ ਆਇਆ। ਮੈਂ ਉਹਨੂੰ ਪੁੱਛਿਆ ਕਿ ਅਸੀਂ ਤਾਂ ਕੁਝ ਨਹੀਂ ਮੰਗਵਾਇਆ ਤਾਂ ਉਸਨੇ ਮੈਨੂੰ ਇੱਕ ਚਿੱਠੀ ਫੜਾ ਦਿੱਤੀ। ਮੈਂ ਉਹ ਚਿੱਠੀ ਦੇਖ ਕੇ ਖੁਸ਼ ਵੀ ਹੋਈ ਤੇ ਹੈਰਾਨ ਵੀ ਹੋਈ। ਖੁਸ਼ ਇਸ ਲਈ ਹੋਈ, ਮੈਨੂੰ ਸੀ ਕਿ ਇਹ ਮੇਰੇ ਪਤੀ ਦੀ ਚਿੱਠੀ ਹੋਵੇਗੀ, ਪਰ ਚਿੱਠੀ ਖੋਲ ਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਮੈਂ ਉਹ ਚਿੱਠੀ ਨੂੰ ਬੰਦ ਕਰਕੇ ਆਪਣੇ ਸਹੁਰੇ ਘਰ ਆ ਗਈ। ਮੈਂ ਸੋਚਿਆ ਕਿ ਅੱਜ ਰਾਤ ਨੂੰ ਮੇਰੇ ਕਮਰੇ ਵਿੱਚ ਜੋ ਵੀ ਆਊ ਮੈਂ ਉਹਦਾ ਚਿਹਰਾ ਦੇਖ ਕੇ ਰਹੂੰ। ਮੈਂ ਗੇਟ ਦੇ ਨਾਲ ਲੱਗ ਕੇ ਖੜ ਗਈ। ਰਾਤ ਦੇ 12 ਵਜੇ ਕੋਈ ਕਮਰੇ ਵਿੱਚ ਆਇਆ ਤੇ ਆ ਕੇ ਬੈੱਡ ਤੇ ਲੇਟਣ ਲੱਗਾ। ਮੈਂ ਉਸੇ ਟਾਈਮ ਲਾਈਟ ਔਨ ਕਰ ਲਈ। ਸਾਹਮਣੇ ਮੇਰਾ ਦਿਓਰ ਖੜਾ ਸੀ। ਮੈਂ ਉਸ ਨੂੰ ਕਿਹਾ ਕਿ ਤੂੰ ਮੇਰੇ ਕਮਰੇ ਵਿੱਚ ਕੀ ਕਰ ਰਿਹਾ, ਤੈਨੂੰ ਸ਼ਰਮ ਨਹੀਂ ਆਉਂਦੀ। ਮੈਂ ਉਹ ਚਿੱਠੀ ਲਿਆ ਕੇ ਉਹਦੇ ਮੂੰਹ ਤੇ ਮਾਰੀ। ਉਸ ਵਿੱਚ ਇਹ ਲਿਖਿਆ ਹੋਇਆ ਸੀ ਕਿ ਮੈਂ ਵਿਆਹ ਤੋਂ ਬਾਅਦ ਉਸੇ ਦਿਨ ਤੈਨੂੰ ਛੱਡ ਕੇ ਆਪਣੇ ਘਰ ਤੋਂ ਚਲਿਆ ਗਿਆ ਸੀ ਕਿਉਂਕਿ ਮੇਰੀ ਮਾਂ ਨੇ ਮੇਰਾ ਧੱਕੇ ਨਾਲ ਵਿਆਹ ਕਰਵਾ ਦਿੱਤਾ। ਮੈਂ ਤੈਨੂੰ ਦੱਸਣਾ ਚਾਹੁੰਦਾ ਸੀ ਪਰ ਮੇਰੇ ਕੋਲ ਟਾਈਮ ਹੀ ਨਹੀਂ ਸੀ। ਮੇਰੇ ਲੱਖ ਵਾਰੀ ਮਨਾ ਕਰਨ ਤੇ ਵੀ ਮੇਰੀ ਮਾਂ ਨੇ ਮੇਰਾ ਵਿਆਹ ਤੇਰੇ ਨਾਲ ਕਰਵਾ ਦਿੱਤਾ। ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਤੁਸੀਂ ਜਿਹਦੇ ਨਾਲ ਚਾਹੋ ਵਿਆਹ ਕਰਵਾ ਲਓ। ਮੇਰਾ ਦਿਓਰ ਤੇ ਮੇਰੀ ਸੱਸ ਮੇਰੇ ਨਾਲ ਧੋਖਾ ਕਰ ਰਹੇ ਸੀ। ਮੈਂ ਉਸ ਨੂੰ ਕਾਲਰ ਤੋਂ ਫੜਿਆ ਤੇ ਜ਼ੋਰ ਨਾਲ ਝੰਜੋੜਿਆ। ਮੇਰਾ ਦਿਓਰ ਮੈਨੂੰ ਕਹਿੰਦਾ ਕਿ ਮੈਂ ਤੁਹਾਡੇ ਨਾਲ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਜਿਹਦੇ ਤੋਂ ਤੁਹਾਨੂੰ ਤੇ ਮੈਨੂੰ ਸ਼ਰਮਿੰਦਗੀ ਮਹਿਸੂਸ ਹੋਵੇ। ਦਿਓਰ ਮੈਨੂੰ ਕਹਿੰਦਾ ਭਾਬੀ ਮੈਂ ਜੋ ਵੀ ਕਰਦਾ ਸੀ ਆਪਣੀ ਮੰਮੀ ਦੇ ਕਹਿਣ ਤੇ ਕਰਦਾ ਸੀ। ਮੈਂ ਤੁਹਾਡੀ ਮਰਜ਼ੀ ਤੋਂ ਬਿਨਾਂ ਤੁਹਾਡੇ ਨਾਲ ਕੋਈ ਵੀ ਰਿਸ਼ਤਾ ਨਹੀਂ ਬਣਾਉਣਾ ਚਾਹੁੰਦਾ ਸੀ। ਜਸਪ੍ਰੀਤ ਵੀਰਾ ਤਾਂ ਵਿਆਹ ਵਾਲੀ ਰਾਤ ਹੀ ਘਰੋਂ ਚਲਾ ਗਿਆ ਕਿਉਂਕਿ ਉਹ ਇਸ ਰਿਸ਼ਤੇ ਨਾਲ ਸਹਿਮਤ ਨਹੀਂ ਸੀ, ਪਰ ਮੰਮੀ ਨੇ ਉਸ ਦਾ ਵਿਆਹ ਧੱਕੇ ਨਾਲ ਕਰਵਾ ਦਿੱਤਾ। ਜਦੋਂ ਉਹ ਘਰੋਂ ਚਲਾ ਗਿਆ ਤਾਂ ਮੰਮੀ ਚਾਹੁੰਦੀ ਸੀ ਕਿ ਮੈਂ ਤੁਹਾਡੇ ਨਾਲ ਹਨੇਰੇ ਵਿੱਚ ਸੌਂ ਜਾਇਆ ਕਰਾਂ ਤਾਂ ਕਿ ਤੁਸੀਂ ਮਾਂ ਬਣ ਜਾਵੋ ਤੇ ਜਸਪ੍ਰੀਤ ਵੀਰੇ ਦੀ ਇਸ ਗੱਲ ਦਾ ਕਿਸੇ ਨੂੰ ਪਤਾ ਨਾ ਲੱਗੇ। ਮੇਰੀ ਮਾਂ ਮੈਨੂੰ ਕਹਿੰਦੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਤੂੰ ਸਿਮਰਨ ਦੇ ਕਮਰੇ ਵਿੱਚ ਜਾਂਦਾ। ਜੇ ਤੂੰ ਇਸ ਤਰ੍ਹਾਂ ਨਾ ਕੀਤਾ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗੀ। ਪਰ ਮੈਂ ਤੁਹਾਡੇ ਕਮਰੇ ਵਿੱਚ ਆਉਂਦਾ ਜ਼ਰੂਰ ਸੀ ਪਰ ਕੁਝ ਵੀ ਗਲਤ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਭਾਬੀ ਮਾਂ ਸਮਾਨ ਹੁੰਦੀ ਆ। ਮੈਂ ਨਹੀਂ ਚਾਹੁੰਦਾ ਸੀ ਕਿ ਇਹ ਰਿਸ਼ਤਾ ਕਦੇ ਵੀ ਖਰਾਬ ਹੋਵੇ। ਮੈਂ ਉਸ ਨੂੰ ਕਿਹਾ ਕਿ ਮੈਂ ਸਿਰਫ ਇੱਥੇ ਸੱਚ ਪਤਾ ਕਰਨ ਲਈ ਆਈ ਸੀ
ਤੁਸੀਂ ਸਾਰਿਆਂ ਨੇ ਰਲ ਕੇ ਮੈਨੂੰ ਧੋਖਾ ਦਿੱਤਾ। ਮੈਂ ਇਸ ਘਰ ਨਾਲ ਆਪਣਾ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ। ਜੇ ਤੁਹਾਨੂੰ ਉਸ ਬਾਰੇ ਪਤਾ ਸੀ ਕਿ ਉਹ ਕਿਸੇ ਹੋਰ ਨੂੰ ਪਿਆਰ ਕਰਦਾ ਤਾਂ ਘੱਟ ਤੋਂ ਘੱਟ ਮੈਨੂੰ ਦੱਸ ਤਾਂ ਦਿੰਦੇ। ਮੈਂ ਉਸੇ ਦਿਨ ਆਪਣੇ ਘਰ ਚਲੀ ਜਾਂਦੀ। ਮੈਂ ਅਗਲੇ ਦਿਨ ਆਪਣੇ ਘਰ ਵਾਪਸ ਆ ਗਈ। ਸੱਚ ਹੀ ਕਹਿੰਦੇ ਆ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਆ। ਮੇਰੀ ਸੱਸ ਆਪਣੇ ਪੁੱਤ ਦੇ ਬਾਰੇ ਸਾਰਾ ਕੁਝ ਜਾਣਦੇ ਹੋਏ ਵੀ ਮੇਰੀ ਜ਼ਿੰਦਗੀ ਬਰਬਾਦ ਕਰਨ ਤੇ ਤੁਲੀ ਹੋਈ ਸੀ ਤਾਂ ਕਿ ਉਹਦੇ ਭਾਈਚਾਰੇ ਵਿੱਚ ਉਸਦੀ ਬੇਇੱਜ਼ਤੀ ਨਾ ਹੋ ਜਾਵੇ। ਮੇਰੀ ਸੱਸ ਆਪਣੇ ਵੱਡੇ ਮੁੰਡੇ ਦਾ ਕਰਕੇ ਹੀ ਪਰੇਸ਼ਾਨ ਰਹਿੰਦੀ ਸੀ। ਦੁਨੀਆ ਵਿੱਚ ਅਜਿਹੀਆਂ ਵੀ ਮਾਵਾਂ ਹੁੰਦੀਆਂ ਜਿਹੜੀਆਂ ਆਪਣੇ ਧੀਆਂ ਪੁੱਤਾਂ ਦੀਆਂ ਖੁਸ਼ੀਆਂ ਨੂੰ ਬਰਬਾਦ ਕਰ ਦਿੰਦੀਆਂ ਤੇ ਆਪਣੇ ਸਵਾਰਥ ਨਾਲ ਮਤਲਬ ਰੱਖਦੀਆਂ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।